ਹੈਲੋ 12th ਕਲਾਸ ਦੇ ਸਟੂਡੈਂਟਸ, ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਦੂਜੀ ਗੱਲ ਸੌਰੀ ਇਸ ਕਰਕੇ ਕਿ ਤੁਹਾਡਾ ਪੇਪਰ ਥੋੜ੍ਹਾ ਜਿਹਾ ਲੇਟ ਆਇਆ। ਲੇਟ ਆਉਣ ਦਾ ਕਾਰਨ ਇਹ ਆ ਕਿ ਇਹ ਸਾਰਾ ਕੁਐਸਚਨ ਪੇਪਰ ਜਿਹੜਾ ਅਸੀਂ ਆਲਰੇਡੀ ਸਾਰਾ ਹੀ ਸੋਲਵ ਕੀਤਾ ਹੈ। ਸੋਲਵ ਕਰਨ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਲੱਗ ਗਿਆ ਸੀ, ਸੋ ਡੈਟਸ ਵਾਈ ਅਸੀਂ ਪੇਪਰ ਲੇਟ ਲਿਆਏ ਹਾਂ। ਪਰ ਕੋਈ ਗੱਲ ਨਹੀਂ, ਤੁਸੀਂ ਵੀਡੀਓ ਪੂਰੀ ਦੇਖ ਲੈਣਾ। ਵੈਰੀ ਇੰਪੋਰਟੈਂਟ ਪੇਪਰ ਹੈ। ਕੱਲ੍ਹ ਤੁਹਾਨੂੰ ਇਹੀ ਪੇਪਰ ਦੇਖਣ ਨੂੰ ਵੈਰੀ VIP ਲਿਖ ਲਓ, ਵੈਰੀ ਇੰਪੋਰਟੈਂਟ ਪੇਪਰ, ਠੀਕ ਹੈ। ਸੋ ਕਿਉਂਕਿ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪੇਪਰ ਹੈ, ਇਸ ਕਰਕੇ ਵੀਡੀਓ ਨੂੰ ਮਿਸ ਨਾ ਕਰਨਾ। ਇਹੀ ਬਿਲਕੁਲ ਜਰਨਲ ਇੰਗਲਿਸ਼ 2026 ਦਾ ਪੇਪਰ ਕੱਲ੍ਹ ਤੁਹਾਨੂੰ ਦੇਖਣ ਨੂੰ ਮਿਲੇਗਾ। ਬਿਲਕੁਲ ਇਹੀ ਕੁਐਸਚਨ ਪੇਪਰ ਹੋਏਗਾ। ਸੋ ਮੈਂ ਤੁਹਾਨੂੰ ਸਾਰੇ ਹੀ ਸੋਲਵ ਇਹ ਕਰਵਾਊਂਗਾ ਬਿਨਾਂ ਕਿਸੇ ਦੇਰੀ ਦੇ। ਚੈਨਲ ਨੂੰ ਹੁਣੇ ਤੇ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਜਿੰਨੇ ਵੀ ਤੁਹਾਡੇ ਅਕਾਊਂਟੈਂਸੀ, ਬਿਜ਼ਨਸ ਜਾਂ ਫਿਰ ਫਿਜ਼ਿਕ, ਕੈਮਿਸਟਰੀ, ਮੈਥ, ਬਾਇਓ ਜਿੰਨੇ ਵੀ ਸਬਜੈਕਟ ਆ ਤੁਹਾਡੇ ਸਾਰਿਆਂ ਦੇ ਕੁਐਸਚਨ ਪੇਪਰ ਤੁਸੀਂ ਵੇਖ ਸਕੋ, ਠੀਕ। ਸੋ ਦੇਖੋ ਕਿਵੇਂ ਆ ਤੁਹਾਡਾ ਪੇਪਰ। ਸੈਕਸ਼ਨ ਏ ਦੇ ਵਿੱਚ ਪਹਿਲਾਂ ਰੀਡਿੰਗ ਕੰਪਰੀਹੈਂਸ਼ਨ ਆ ਜੋ ਕਿ 16 ਨੰਬਰ ਦੀ ਆ, ਠੀਕ। ਤੁਸੀਂ ਕੀ ਕਰੋ, ਇਸ ਪੈਰੇ ਨੂੰ ਪੜ੍ਹੋ ਕਿਉਂਕਿ ਪੈਰਾ ਬਹੁਤ ਵੱਡਾ ਆ। ਸੋ ਇਹਨੂੰ ਤੁਸੀਂ ਆਪ ਇੱਕ ਵਾਰੀ ਪੜ੍ਹ ਲੂੰਗੇ ਨਾ, ਫਿਰ ਤੁਹਾਨੂੰ ਆਨਸਰ ਮਿਲ ਜਾਏਗਾ। ਆਹ ਦੇਖੋ ਇੱਥੇ ਤੱਕ ਪੈਰਾ ਆ। ਹੁਣ ਅਸੀਂ ਕੁਐਸਚਨ ਪੜ੍ਹਦੇ ਹਾਂ ਅਤੇ ਆਨਸਰ ਤੁਹਾਨੂੰ ਦੱਸਦੇ ਹਾਂ। ਫਸਟ ਆ ਵਟ % ਆਫ ਵਾਟਰ ਔਨ ਅਰਥ ਇਨ ਦਾ ਓਸ਼ਨ, ਤੋਂ 97% ਇਜ਼ ਦਾ ਕਰੈਕਟ ਆਨਸਰ ਆ ਜਾਣਾ। ਮਿਲਿਆ ਕਿੱਥੋਂ? ਉੱਪਰ ਪੈਰਾ ਪੜ੍ਹ ਕੇ। ਤੁਸੀਂ ਪਤਾ ਹੀ ਹੈ ਤੁਹਾਨੂੰ ਪੈਰਾ ਪੜ੍ਹ ਕੇ ਆਨਸਰ ਦੇਈਦਾ ਹੁੰਦਾ ਹੈ। ਸੈਕਿੰਡ, 2% ਆਫ ਵਾਟਰ ਔਨ ਅਰਥ ਰਿਮੇਨ ਸਟੋਰਡ ਇਨ ਸਮ ਆਫ ਦਾ ਫੋਲੋਵਿੰਗ, ਰਿਵਰ, ਲੇਕ, ਆਈਸ ਕੈਪ ਜਾਂ ਗਲੇਸ਼ੀਅਰ। ਸੋ ਇਹਦਾ ਆਨਸਰ ਇਹਨਾਂ ਨੇ ਲਿਖਿਆ CD, ਆਈਸ ਕੈਪ ਅਤੇ ਗਲੇਸ਼ੀਅਰ। ਵੈਸੇ ਤੁਸੀਂ ਸਿਰਫ ਗਲੇਸ਼ੀਅਰਸ ਲਿਖਣਾ, ਠੀਕ। ਫਿਰ ਥਰਡ ਆਪਣੇ ਕੋਲ ਜੀ ਕਹਿੰਦਾ ਲਿਵਿੰਗ ਬੀਇੰਗ ਔਨ ਦਾ ਅਰਥ ਆਰ ਲੈਫਟ ਵਿਦ 1 ਆਫ ਦਾ ਫੋਲੋਵਿੰਗ %। ਸੋ 1% ਆ ਜਾਣਾ, 1, ਠੀਕ ਆ। ਫਿਰ ਫੋਰਥ ਕੁਐਸਚਨ, ਚੂਜ਼ ਦਾ ਕਰੈਕਟ ਵਰਡ ਫੋਰ ਵਾਟਰ। ਵਾਟਰ ਲਈ ਆਪਣੇ ਕੋਲ ਇੱਥੇ 4 ਵਰਡ ਆ, ਰੇਨ, ਲਿਕੁਇਡ, ਐਕਵਾ ਜਾਂ ਏਕੁਆ। ਸੋ ਇਹ ਐਕੁਆ ਜਿਹੜਾ C ਆਪਸ਼ਨ ਵਾਲਾ ਇਹ ਇਸ ਦਾ ਕਰੈਕਟ ਆਨਸਰ ਆ ਜਾਏਗਾ ਆਪਣੇ ਕੋਲ। ਫਿਫਥ ਕਹਿੰਦਾ ਟਰੀਟਮੈਂਟ ਫੋਰ ਇਨਕਰੀਜ਼ਡ ਸਪਲਾਈ ਆਫ ਵਾਟਰ ਇਜ਼ ਡਿਊ ਟੂ ਸਮ ਆਫ ਦੀਜ਼ ਫੈਕਟਰ, ਇਨਕਰੀਜ਼ਡ ਪਾਪੂਲੇਸ਼ਨ, ਇੰਡਸਟਰੀਲਾਈਜੇਸ਼ਨ, ਅਰਬਨਾਈਜੇਸ਼ਨ ਜਾਂ ਫਿਰ ਟੂਰਿਜ਼ਮ। ਸੋ A ਐਂਡ B ਦੋਨੋਂ ਇਸ ਦਾ ਆਨਸਰ ਆ ਜਾਣਾ ਦੇਖੋ ਇਸ ਕੁਐਸਚਨ ਦਾ। ਫਿਰ ਆਪਣੇ ਕੋਲ ਅਗਲਾ ਕੁਐਸਚਨ ਆ, ਇਹਦੇ ਵਿੱਚ ਕਹਿੰਦਾ 6ਵਾਂ ਕੁਐਸਚਨ, ਦਾ ਆਥਰ ਹੈਜ਼ ਮੈਂਸ਼ਨ ਸਮ ਸਿਟੀਜ਼ ਵੇਅਰ ਵਾਟਰ ਇਜ਼ ਅਵੇਲੇਬਲ ਫੋਰ ਸਮ ਪ੍ਰਾਈਸ, ਕੋਲਕਾਤਾ, ਬੈਂਗਲੁਰੂ, ਚੇਨਈ ਜਾਂ ਅਮਰਾਵਤੀ। ਸੋ ਚੇਨਈ ਇਸ ਦਾ ਕਰੈਕਟ ਆਨਸਰ ਆਏਗਾ ਆਪਣੇ ਕੋਲ। ਫਿਰ ਕਹਿੰਦਾ ਵਟ ਇਜ਼ ਸ਼ੇਕਵੇਡ ਡਿਸਟਰੀਬਿਊਸ਼ਨ ਆਫ ਵਾਟਰ। ਸੋ ਇਹਦਾ ਮਤਲਬ ਆ ਅਨਇਕੁਅਲ ਡਿਸਟਰੀਬਿਊਸ਼ਨ ਆਫ ਵਾਟਰ ਇਨ ਸਿਟੀਜ਼, ਠੀਕ। ਫਿਰ ਆਪਣੇ ਕੋਲ 8th ਕੁਐਸਚਨ ਆ, ਕਹਿੰਦਾ ਵਟ ਐਡਵਾਈਸ ਡਜ਼ ਦਾ ਆਥਰ ਗਿਵ ਟੂ ਅ ਪਰਸਨ ਇਜ਼ ਬਰਸ਼ਿੰਗ ਹਿਜ਼ ਟੀਥ ਵਿਦ ਦਾ ਵਾਟਰ ਟੈਪ ਓਪਨ। ਸੋ ਉਹਨੇ ਕੀ ਐਡਵਾਈਸ ਦੇਣੀ ਆ? ਉਹਨੇ ਐਡਵਾਈਸ ਦਿੱਤੀ ਵਾਈਲ ਬਰਸ਼ਿੰਗ ਟੀਥ ਵਨ ਸ਼ੁੱਡ ਟਰਨ ਆਫ ਦਾ ਟੈਪ ਥਿੰਕਿੰਗ ਅਬਾਊਟ ਅਦਰ। ਦੂਜਿਆਂ ਦੇ ਬਾਰੇ ਸੋਚਣਾ ਚਾਹੀਦਾ ਆ ਕਿ ਉਹਨਾਂ ਨੂੰ ਵੀ ਇਸ ਪਾਣੀ ਦੀ ਲੋੜ ਆ। ਹਾਊ ਇਜ਼ ਵਾਟਰ ਪਾਪੂਲੇਸ਼ਨ ਕਾਜ਼ਡ, ਆ ਜਾਣਾ ਆਨਸਰ ਇਹਦਾ ਡਿਊ ਟੂ ਰਿਲੀਜ਼ ਆਫ ਇੰਡਸਟਰੀਅਲ ਵੇਸਟ ਔਰ ਸਮ ਡਿਜ਼ਾਸਟਰ ਇਨ ਵਾਟਰ ਬੋਡੀਜ਼, ਠੀਕ। ਸੋ ਲਾਸਟ ਇਹਦਾ 10ਵਾਂ ਕੁਐਸਚਨ ਆਪਣੇ ਕੋਲ ਹੈ, ਐਕਸਪਲੇਨ ਦਾ ਫੋਲੋਇੰਗ ਸਟੇਟਮੈਂਟ ਫਰੋਮ ਦਾ ਪੈਸੇਜ, ਵੀ ਟੇਕ ਵਾਟਰ ਸੋ ਮਚ ਫੋਰ ਗ੍ਰਾਂਟਡ ਈਵਨ ਦੋ ਵੀ ਕੈਨ ਨਾਟ ਲਿਵ ਵਿਦਾਊਟ ਇਟ। ਸੋ ਇਹਦਾ ਮਤਲਬ ਕੀ ਆ? ਦੇਖੋ ਇਸ ਲਾਈਨ ਦਾ ਮਤਲਬ ਸਿੱਧੀ ਜਿਹੀ ਗੱਲ ਹੈ, ਇਹਦਾ ਮਤਲਬ ਆ ਕਿ ਵੀ ਫੇਲ ਟੂ ਐਪਰੀਸ਼ੀਏਟ ਦਾ ਵੈਲਿਊ ਆਫ ਵਾਟਰ ਬਟ ਵੀ ਨੀਡ ਵਾਟਰ ਦਾ ਮੋਸਟ। ਇੰਨਾ ਇਹਦਾ ਮਤਲਬ ਆ ਕਿ ਮਤਲਬ ਤੁਹਾਨੂੰ ਸਾਫ਼ ਪਤਾ ਲੱਗਦਾ ਪਿਆ। ਇਹਦਾ ਮਤਲਬ ਇਹ ਹੈ ਕਿ ਅਸੀਂ ਇਸ ਚੀਜ਼ 'ਤੇ ਫੇਲ ਹੋ ਗਏ ਕਿ ਅਸੀਂ ਵਾਟਰ ਦੀ ਵੈਲਿਊ ਨੂੰ ਨਹੀਂ ਜਾਣ ਪਾਏ। ਅਸੀਂ ਇਹਦੀ ਜ਼ਰੂਰਤ ਬਹੁਤ ਜ਼ਿਆਦਾ ਆ ਪਰ ਇਹਦੀ ਅਸੀਂ ਵੈਲਿਊ ਨਹੀਂ ਜਾਣ ਪਾਏ। ਅਗਲਾ 6 ਨੰਬਰ ਵਾਲਾ ਜਿਹੜਾ ਪੈਰਾ ਆ, ਜਿਹਦੇ ਵਿੱਚ ਤੁਸੀਂ ਆਹ ਵਾਲਾ ਪੈਰਾ ਪੜ੍ਹ ਕੇ ਆਨਸਰ ਦੇਣਾ ਆ। ਆਓ ਇਹਨੂੰ ਪੜ੍ਹ ਲਓ ਅਤੇ ਆਓ ਇਹਨਾਂ ਦੇ ਆਨਸਰ ਦਈਏ। ਫਸਟ ਕੁਐਸਚਨ ਕਹਿੰਦਾ ਦਾ ਫੇਸ ਆਫ ਦਾ ਚਿਲਡਰਨ ਰਿਫਲੈਕਟਡ ਸੋਰੋ, ਜੋਏ, ਹੰਗਰ ਜਾਂ ਗ੍ਰੀਡੀਨੈਸ। ਸੋ ਹੰਗਰ ਇਸ ਦਾ ਕਰੈਕਟ ਆਨਸਰ ਆ ਜਾਏਗਾ ਆਪਣੇ ਕੋਲ। ਸੈਕਿੰਡ ਆ ਦਾ ਐਕਸ਼ਨ ਆਫ ਮਦਰ ਸ਼ੋ ਸੈਲਫਿਨੈਸ, ਹਾਰਟਡ, ਗ੍ਰੈਟੀਟਿਊਡ ਜਾਂ ਲਵ। ਸੋ ਗ੍ਰੈਟੀਟਿਊਡ ਉਹ ਸ਼ੋ ਕਰਦੀ ਪਈ ਸੀ, ਠੀਕ। ਥਰਡ ਆਪਣੇ ਕੋਲ ਆ ਜਾਣਾ ਵੇਅਰ ਡਿਡ ਦਾ ਮਦਰ ਗੋ ਆਫਟਰ ਡਿਵਾਈਡਿੰਗ ਦਾ ਰਾਈਸ ਐਂਡ ਵਾਈ। ਦਾ ਮਦਰ ਵੈਂਟ ਟੂ ਦਾ ਨੇਬਰ ਬਿਕੋਜ਼ ਦੇ ਵਰ ਆਲਸੋ ਹੰਗਰੀ, ਠੀਕ ਆ। ਅਗਲਾ
ਵਾਈ ਵਾਜ਼ ਦਾ ਜੈਂਟਲਮੈਨ ਸਰਪ੍ਰਾਈਜ਼ਡ, ਉਹ ਕਿਉਂ ਸਰਪ੍ਰਾਈਜ਼ਡ ਹੋ ਗਿਆ, ਹੈਰਾਨ ਕਿਉਂ ਹੋ ਗਿਆ। ਦਾ ਜੈਂਟਲਮੈਨ ਵਾਜ਼ ਸਰਪ੍ਰਾਈਜ਼ਡ ਡੈਟ ਸ਼ੀ ਨਿਊ ਹਰ ਨੇਬਰ ਵਰ ਹੰਗਰੀ, ਕਿਉਂਕਿ ਉਹਨੂੰ ਪਤਾ ਸੀ ਕਿ ਉਹਦਾ ਜਿਹੜਾ ਗੁਆਂਢੀ ਆ ਉਹ ਵੀ ਭੁੱਖਾ ਆ। ਫਿਰ ਤੁਹਾਡੇ ਕੋਲ ਅੱਗੇ ਜਿਹੜੇ ਕੁਐਸਚਨ ਆ, 5th ਕੁਐਸਚਨ ਪੜਾਂਗੇ। ਫਿਲ ਇਨ ਦੀ ਬਲੈਂਕ ਵਿਦ ਸੂਟੇਬਲ ਵਰਡ ਫਰੋਮ ਦਾ ਪੈਸੇਜ। ਦੇਖੋ ਜੀ, ਫਿਲ ਇਨ ਦੀ ਬਲੈਂਕ ਜਿੱਥੇ ਸੀਗਾ ਦ ਫੇਸ ਆਫ ਦ ਲਿਟਲ ਚਿਲਡਰਨ ਵਰ ਡੈਸ਼, ਸੋ ਉਹ ਆ ਜਾਣਾ ਹੈ ਡਿਸਫਿਗਰਡ। ਇਹ ਮੈਨੂੰ ਵਰਡ ਕਿੱਥੋਂ ਮਿਲਿਆ, ਪੈਰੇ ਵਿੱਚੋਂ। 5th ਆਪਣੇ ਕੋਲ ਕੀ ਕਹਿੰਦਾ ਜੀ, ਮੈਚ ਦਾ ਫੋਲੋਇੰਗ ਵਰਡ ਕਾਲਮ ਏ ਦੇਅਰ ਐਂਟੋਨਿਮ ਵਿਦ ਕਾਲਮ ਬੀ। ਕਾਲਮ ਏ ਤੇ ਕਾਲਮ ਬੀ ਇਹ ਉੱਤੇ ਥੱਲੇ ਆ, ਪਰ ਕੋਈ ਨਹੀਂ ਅਸੀਂ ਕਰ ਦਿੰਦੇ ਆ। ਸਿੰਪਲ ਦਾ ਆ ਜਾਣਾ ਹੈ ਕੰਪਲੀਕੇਟਿਡ, ਜਨਰੀਅਸ ਦਾ ਆ ਜਾਣਾ ਆ ਸੈਲਫਿਸ਼, ਠੀਕ ਹੈ, ਜਨਰਸ। ਆ ਦੇਖੋ ਆਂਸਰ, ਸਿੰਪਲ ਦਾ ਕੰਪਲੀਕੇਟਡ, ਜਨਰਸ ਦਾ ਸੈਲਫਿਸ਼। ਆ ਜੋ ਸੈਕਸ਼ਨ ਬੀ ਕਰੀਏ ਹੁਣ, ਸੈਕਸ਼ਨ ਬੀ ਤੁਹਾਡੇ ਕੋਲ 27 ਮਾਰਕਸ ਦੀ ਆ। ਰਾਈਟਿੰਗ ਸਕਿੱਲ, ਗ੍ਰਾਮਰ ਐਂਡ ਟਰਾਂਸਲੇਸ਼ਨ, ਸਾਰਾ ਕੁਛ ਕਰਦੇ ਆ। 4 ਮਾਰਕਸ ਦੀ ਤੁਹਾਡੇ ਕੋਲ ਹੈਗੀ ਆ ਪ੍ਰੈਸੀ ਲਿਖਣੀਆਂ ਤੁਸੀਂ, ਜਿਹਨੂੰ ਆਪਾਂ ਸੰਖੇਪ ਰਚਨਾ ਪੰਜਾਬੀ 'ਚ ਕਹਿੰਦੇ ਆ, ਜੇਕਰ ਤੁਹਾਨੂੰ ਪਤਾ ਹੋਏ ਜੇ ਤਾਂ ਇਹਦੀ ਤੁਸੀਂ ਕੀ ਕਿੱਦਾਂ ਲਿਖੋਗੇ ਪ੍ਰੈਸੀ, ਮੈਂ ਤੁਹਾਨੂੰ ਲਿਖ ਕੇ ਦਿਖਾਉਣਾ ਹੈ। ਫਸਟ ਆਫ ਆਲ ਟਾਈਟਲ ਆ ਜਾਣਾ ਐਡਵਾਂਟੇਜਸ ਆਫ ਮੈਡੀਟੇਸ਼ਨ। ਹੁਣ ਅਸੀਂ ਪੜਾਂਗੇ ਇਹਦੀ ਪ੍ਰੈਸੀ, ਤੇ ਤੁਸੀਂ ਇਹਨੂੰ ਐਜ਼ ਇਟ ਇਜ਼ ਲਿਖ ਦੇਣਾ। ਮੈਡੀਟੇਸ਼ਨ ਪਲੇ ਐਨ ਇੰਪੋਰਟੈਂਟ ਰੋਲ ਇਨ ਕਨੈਕਟਿੰਗ ਟੂ ਯੋਰ ਇਨਰ ਸੈਲਫ, ਇਟ ਰਿਲੀਵਸ one's stress and anxiety. Many problems in the world are solved as a result of meditation. One learn to be calm and surrenders to divine control. A person become emotionally stable and his attitude totally change. Regular practice changes the person to a calm and serene individual, ठीक है, ਸਰਨੀ ਇੰਡੀਵਿਜੂਅਲ। ਹੁਣ ਇਸ ਤੋਂ ਬਾਅਦ ਹੈਗਾ ਅਟੈਂਪਟ ਐਨੀ ਵਨ ਆਫ ਦਾ ਫੋਲੋਇੰਗ, 6 ਮਾਰਕਸ ਦੀ। ਸਪੋਜ਼ ਯੂ ਆਰ ਸ਼ਿਵਾ ਲਿਵਿੰਗ ਦਿਸ ਤੇ ਰਾਈਟ ਦਾ ਲੈਟਰ ਟੂ ਦਾ ਐਡੀਟਰ ਆਫ ਨਿਊਜ਼ਪੇਪਰ ਹਾਈਲਾਈਟਿੰਗ ਦਾ ਈਵਲ ਆਫ ਬੈਗਿੰਗ। ਬਹੁਤ ਜ਼ਿਆਦਾ ਇੰਪੋਰਟੈਂਟ ਲੈਟਰ, ਬਹੁਤ ਜ਼ਿਆਦਾ ਚਾਂਸ ਹੈ ਇਹੀ ਹੈ। ਸੋ ਇਹਦੀ ਸ਼ੁਰੂਆਤ ਅਸੀਂ ਕਰਾਂਗੇ ਐਡਰੈਸ ਤੋਂ। ਐਡਰੈਸ ਲਿਖਾਂਗੇ 1010 ਮਾਡਲ ਟਾਊਨ ਬਠਿੰਡਾ। ਡੇਟ ਦ ਐਡੀਟਰ ਦ ਟ੍ਰਿਬਿਊਨ ਚੰਡੀਗੜ੍ਹ। ਸਬਜੈਕਟ ਦ ਈਵਲ ਆਫ ਬੈਗਿੰਗ। ਸਰ ਆ ਗਲਤੀ ਨਾਲ ਲਿਖ ਹੋ ਗਿਆ, ਇਹ ਨਹੀਂ ਲਿਖਣਾ ਤੁਸੀਂ, ਇੱਥੋਂ ਹੀ ਲਿਖਣਾ ਆਈ ਸ਼ੈਲ ਫੀਲ ਓਬਲੀਗਡ ਇਫ ਯੂ ਕਾਈਂਡਲੀ ਪਬਲਿਸ਼ ਦ ਫੋਲੋਇੰਗ ਫਿਊ ਲਾਈਨ ਇਨ ਦ ਲੈਟਰ ਟੂ ਐਡੀਟਰ ਕਾਲਮ ਆਫ ਯੋਰ ਐਸਟੀਮਡ ਪੇਪਰ, ਠੀਕ। ਸੋ ਹੁਣ ਅਸੀਂ ਇੰਨੀ ਜੀ ਜਿਹੜੀ ਗੱਲ ਹੈ ਇਹ ਲਿਖਾਂਗੇ। ਦ ਪ੍ਰੋਬਲਮ ਆਫ ਬੈਗਰ ਹੈਜ਼ ਅਜ਼ਿਊਮਡ ਐਨ ਅਲਾਰਮਿੰਗ proportion in the city. Some beggar no doubt deserve our sympathy. They are handicapped, but the pity is that most of the beggar are able-bodied. Begging has become a profession for them. Some of them are criminals. They beg only to hide their crime. Begging should be abolished by law. Able-bodied beggars should be forced to work. If they go without work, they must also go without food. We should not encourage them by giving alms. People can thus play a big role in the ending of this evil, ठीक। We as a society must rise above our biases to help these ignored sections. Every citizen must take care not to encourage the evil of begging by giving easy money to the lazy and cheats. We must resolve to generate awareness among all the section of the society to create better opportunity for respectable earning for these beggar. Hope the government take an appropriate action to check the spread of this evil in our society. ਸੋ ਕਿੰਨੀ ਵਧੀਆ ਤਰੀਕੇ ਨਾਲ ਅਸੀਂ ਕੀਤੀ ਹੈ ਲੈਟਰ ਯੋਰ ਫੇਥਫੁਲੀ ਸ਼ਿਵਾ। ਜਿਹੜੀ ਦੂਜੀ ਲੈਟਰ ਆ ਉਹ ਹੈਗੀ ਆ ਫੁੱਲ ਫੀ ਕੰਸੈਸ਼ਨ ਵਾਲੀ, ਕਿ ਮੇਰੀ ਫੀਸ ਨੂੰ ਮਾਫ ਕੀਤੀ ਜਾਏ, ਕਿਉਂਕਿ ਮੈਂ ਇੱਕ ਗਰੀਬ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ। ਸੋ ਇਹ ਤੁਸੀਂ ਆਪ ਪੜ੍ਹ ਲੈਣੀ ਹੈ, ਇੱਕ ਮੈਂ ਕਰਾਤੀ ਅਤੇ ਦੂਜਾ ਵੀ ਮੈਂ ਤੁਹਾਨੂੰ ਸਲਿਊਸ਼ਨ ਦਿੰਦਾ ਪਿਆ ਆ। ਸੋ ਇੰਨਾ ਤਾਂ ਤੁਸੀਂ ਕਰ ਹੀ ਸਕਦੇ ਹੋ ਕਿ ਤੁਸੀਂ ਇਹਨੂੰ ਆਪ ਪੜ੍ਹ ਲੈਣਾ, ਠੀਕ। ਹੁਣ ਅਟੈਂਪਟ ਐਨੀ ਵਨ ਆਫ ਦਾ ਫੋਲੋਇੰਗ ਕਹਿੰਦਾ 3 ਮਾਰਕਸ ਦਾ ਤੁਹਾਡੇ ਕੋਲ ਕੀ ਹੈ। ਐਕਸਪਲੇਨ ਦਾ ਨਿਊਜ਼ ਪੇਪਰ ਹੈਡਲਾਈਨ 15 ਤੋਂ 20 ਸ਼ਬਦਾਂ ਵਿੱਚ। ਵੂਮਨ ਟੂ ਜੁਆਇਨ ਇੰਡੀਅਨ ਆਰਮੀ ਐਜ਼ ਆਫਿਸਰ। ਦੇਖੋ ਤੁਸੀਂ ਇਹਦਾ ਕਿਵੇਂ ਲਿਖੋਗੇ।
सो इनू तुसीं लिखोगे इस प्रकार कि एन इंडियन आर्मी हैज़ ओपन एंट्री फॉर वुमन इनटू आर्मी टू जॉइन एज ऑफिसर। फीमेल ऑफिसर विल वर्क इन नॉन कॉम्बैट रोल इन एन कंपीटेटिव ਇਨਵਾਇਰਮੈਂਟ ਠੀਕ ਆ। ਸੋ ਜਾਂ ਦੇ ਵਿੱਚ ਆਪਣੇ ਕੋਲ ਈਮੇਲ ਆ ਜਿਹੜੀ ਕਿ ਤੁਸੀਂ ਆਪਣੇ ਫਰੈਂਡ ਨੂੰ ਲਿਖਣੀ ਆ ਕਿਉਂਕਿ ਤੁਸੀਂ ਉਹਦੇ ਬਰਥਡੇ ਪਾਰਟੀ 'ਚ ਨਹੀਂ ਹੈ ਉਹਦਾ ਐਕਸਕਿਊਜ਼। ਆਓ ਲਿਖੀਏ ਈਮੇਲ ਰਾਈਟਿੰਗ ਅਸੀਂ ਇੱਦਾਂ ਲਿਖਾਂਗੇ ਸਬਜੈਕਟ ਐਕਸਕਿਊਜ਼ ਫਰੋਮ ਬਰਥਡੇ ਪਾਰਟੀ ਫਰੋਮ ਯੋਰ ਈਮੇਲ ਆਈ ਡੀ ਤੁਸੀਂ ਆਪਣੀ @ ਪਾ ਕੇ ਜਿਹੜੀ ਤੁਹਾਡੀ ਈਮੇਲ ਆਈ ਡੀ ਆ ਉਹ ਲਿਖ ਦੇਣੀ ਆ। ਟੂ ਯੋਰ ਫਰੈਂਡ ਦੀ ਈਮੇਲ ਆਈ ਡੀ ਡੇਟ ਲਿਖ ਦੇਣੀ ਆ ਡੀਅਰ ਫਰੈਂਡ ਉਹਦਾ ਨੇਮ ਲਿਖ ਦੇਣਾ ਰਾਹੁਲ ਜੋ ਵੀ ਆ ਤੁਸੀਂ ਲਿਖਣਾ ਚਾਹੋ ਉਹ। ਫਿਰ ਜਿਹੜੀ ਮੇਨ ਬੋਡੀ ਆ ਉਹ ਤੁਸੀਂ ਇੱਦਾਂ ਲਿਖੋਗੇ ਆਈ ਹੋਪ ਯੂ ਆਰ ਡੂਇੰਗ ਵੈਲ ਆਈ ਐਮ ਰਾਈਟਿੰਗ ਦਿਸ ਈਮੇਲ ਟੂ ਇਨਫੋਰਮ ਯੂ ਡੈਟ ਆਈ ਕੁਡ ਨਾਟ ਅਟੈਂਡ ਯੋਰ ਬਰਥਡੇ ਪਾਰਟੀ ਡਿਊ ਸਮ ਅਨਅਵੋਇਡੇਬਲ ਪਰਸਨਲ ਰੀਜ਼ਨ ਠੀਕ। I am really sorry for my absence and I hope you will excuse me. I truly missed being part of celebration. फिर कितने गया celebration. I hope you enjoyed your birthday and I had a great time with friend and family. Once again happy birthday. We will meet soon. फिर your sincerely name लिख के तुसी email अपनी डन कर देनी है। ਸੋ ਆਪਣੇ ਕੋਲ ਈਮੇਲ ਵੀ ਡਨ ਹੋ ਗਈ ਅਤੇ ਆ ਵੀ ਡਨ ਹੋ ਗਈ ਜਿਹੜੀ ਪ੍ਰੈਸ ਸੀਗੀ ਨਹੀਂ ਨਿਊਜ਼ਪੇਪਰ ਹੈਡਲਾਈਨ। ਹੁਣ ਦੇਖੋ ਤੁਹਾਡੇ ਕੋਲ ਟਰਾਂਸਲੇਸ਼ਨਾਂ ਆ ਗਈਆਂ ਜੀ। ਸੋ ਟਰਾਂਸਲੇਸ਼ਨਾਂ ਕਰਦੇ ਹਾਂ। ਪਹਿਲਾਂ ਕਹਿੰਦਾ ਆਈ ਐਮ ਅ ਪਲੇਅਰ ਤਾਂ ਤੁਸੀਂ ਲਿਖੋਗੇ ਮੈਂ ਇੱਕ ਖਿਲਾੜੀ ਹੂੰ ਜਾਂ ਤੁਸੀਂ ਇਹਨੂੰ ਛੱਡ ਦਿਓ ਇੱਥੇ ਹਿੰਦੀ 'ਚ ਲਿਖਿਆ ਅਤੇ ਆਪਾਂ ਉਹ 'ਚ ਵੀ ਲਿਖ ਲੈਣਾ ਪੰਜਾਬੀ 'ਚ ਮੈਂ ਇੱਕ ਖਿਡਾਰੀ ਹਾਂ ਇੱਕ ਖਿਡਾਰੀ ਹਾਂ ਡਨ। ਨੈਕਸਟ ਦਿਸ ਹਾਊਸ ਇਜ਼ ਨੋਟ ਫੋਰ ਸੇਲ ਇਹ ਮਕਾਨ ਵਿਕਾਊ ਲਈ ਨਹੀਂ ਹੈ ਇਹ ਤੁਸੀਂ ਆਪ ਹੀ ਲਿਖ ਲੈਣਾ ਹੈ ਨਾ ਵੀ ਤੁਸੀਂ ਨੇ ਤਾਂ ਇੰਟੈਲੀਜੈਂਟ ਹੈਗੇ ਹੀ ਆ। ਆਈ ਐਮ ਲੇਟ ਫੋਰ ਸਕੂਲ ਜਿਹੜੇ ਸਕੂਲ ਪਹੁੰਚੇ ਸੋ ਵੇਖ ਦੀ ਸੇਵਾ ਗਲਤ ਆ ਮੈਨੂੰ ਸਕੂਲ ਪਹੁੰਚਣ ਵਿੱਚ ਦੇਰ ਹੋ ਗਈ ਆਈ ਐਮ ਲੇਟ ਫੋਰ ਸਕੂਲ ਆਹੀ ਆ ਜਾਣਾ ਇਸ ਦਾ ਰਾਈਟ ਆਨਸਰ ਠੀਕ ਆ। ਟਰਾਂਸਲੇਟ ਕਰ ਦੇਣਾ ਆ ਹੁਣ ਤੁਸੀਂ ਪੰਜਾਬੀ ਟੂ ਇੰਗਲਿਸ਼। ਤੋਂ ਪੰਜਾਬੀ ਵਿੱਚ ਕੀ ਕਹਿੰਦਾ ਕੀ ਤੁਸੀਂ ਇੱਥੇ ਪਿਛਲੇ 5 ਸਾਲਾਂ ਤੋਂ ਕੰਮ ਕਰ ਰਹੇ ਹੋ ਤਾਂ ਤੁਸੀਂ ਇਹਨੂੰ ਲਿਖੋਗੇ ਹੈਡ ਯੂ ਬੀਨ ਵਰਕਿੰਗ ਹੇਅਰ ਫੋਰ ਦ ਲਾਸਟ 5 ਈਅਰ ਠੀਕ। ਸੈਕਿੰਡ ਤੁਸੀਂ ਸਾਡੇ ਕੋਲ ਹੈਗਾ ਉਹ ਲੇਖਕ ਨਹੀਂ ਹੈ ਅਤੇ ਇਹ ਤਾਂ ਸੌਖਾ ਹੀ ਆ ਹੀ ਇਜ਼ ਨੋਟ ਅ ਰਾਈਟਰ। ਥਰਡ ਪੜ੍ਹਾਈ ਵਿੱਚ ਆਪਣਾ ਮਨ ਲਗਾਓ ਕੰਸਨਟਰੇਟ ਯੋਰ ਸੈਲਫ ਔਨ ਸਟੱਡੀਜ਼ ਠੀਕ ਆ। ਸੋ ਇਸ ਤੋਂ ਬਾਅਦ ਆ ਜਾਣੇ ਤੁਹਾਡੇ ਕੋਲ ਡੂ ਐਜ਼ ਡਾਇਰੈਕਟਡ ਯਾਨੀ ਕਿ ਗ੍ਰਾਮਰ ਦੇ ਕੁਐਸਚਨ। ਫਸਟ ਹੈ ਫਿਲ ਇਨ ਦੀ ਬਲੈਂਕ ਵਿਦ ਸੂਟੇਬਲ ਡਿਟਰਮੀਨਰ। ਮੈਨੀ ਡੈਸ਼ ਫਲਾਵਰ ਇਜ਼ ਬੋਰਨ ਟੂ ਬਲਸ਼ ਮੈਨੀ ਅ ਫਲਾਰ ਠੀਕ ਆ ਉਹ ਆਉਣਾ ਇੱਥੇ ਮੈਨੀ ਅ ਫਲਾਰ ਇਜ਼ ਬੋਰਨ ਟੂ ਬਲਸ਼ ਕਿਉਂਕਿ ਇਹਨੇ ਫਲਾਰਸ ਨਹੀਂ ਕਿਹਾ ਉਹਨੇ ਫਲਾਰ ਕਿਹਾ ਆ ਠੀਕ ਆ ਫਲਾਵਰ ਜਿਹਨੂੰ ਅਸੀਂ ਕਹਿੰਦੇ ਹਾਂ। ਅਗਲਾ ਹੀ ਵਾਜ਼ ਡੈਸ਼ ਓਨਲੀ ਚਾਈਲਡ ਆਫ ਹਿਜ਼ ਪੇਰੈਂਟਸ ਹੀ ਵਾਜ਼ ਦਾ ਓਨਲੀ ਚਾਈਲਡ ਦਾ ਆ ਜਾਣਾ ਓਬਵੀਅਸਲੀ। ਥਰਡ ਹੂ ਇਨਵੈਂਟਡ ਡੈਸ਼ ਦਾ ਟੈਲੀਫੋਨ ਦਾ ਆ ਜਾਣਾ ਬਿਲਕੁਲ ਠੀਕ। ਫਿਰ ਅੱਗੇ ਦੇਖੋ ਆਪਣੇ ਕੋਲ ਕੀ ਕਹਿੰਦਾ ਫਿਲ ਇਨ ਦੀ ਬਲੈਂਕ ਡੂ ਐਜ਼ ਡਾਇਰੈਕਟਡ ਇਨਫਿਨਿਟਿਵ ਜੈਰੈਂਡ ਜਾਂ ਫਿਰ ਪਾਰਟੀਸਿਪਲ ਲੈਣਾ। ਦ ਲਾਈਟ ਇਜ਼ ਟੂ ਡਿਮ ਡੈਸ਼ ਰੀਡ ਟੂ ਰੀਡ ਠੀਕ ਆ। ਸੈਕਿੰਡ ਮੋਸਟ ਬੋਇਜ਼ ਲਾਈਕ ਪਲੇ ਗੇਮ ਪਲੇ ਇੱਥੇ ਡੈਸ਼ ਹੋਣੀ ਸੀ ਲਾਈਕ ਡੈਸ਼ ਸੋ ਉੱਥੇ ਆ ਜਾਣਾ ਸੀ ਪਲੇਇੰਗ ਠੀਕ ਆ। ਅੱਗੇ ਆਪਣੇ ਕੋਲ ਆ ਜਾਣਾ ਰੀਰਾਈਟ ਦਾ ਸੈਂਟੈਂਸ ਐਨੀ ਟੂ ਠੀਕ 2 ਨੰਬਰ ਦਾ ਆ। ਸੋ ਦੇਖੋ ਆਪਣੇ ਕੋਲ ਕੀ ਆ ਹੀ ਸ਼ੁੱਡ ਨਾਟ ਬੀ ਲੇਟ ਔਰ ਹੀ ਮੇ ਬੀ ਫਾਈਂਡ। ਸੋ ਟਰਾਂਸਫਾਰਮ ਇਨਟੂ ਕੰਪਾਊਂਡ ਸੈਂਟੈਂਸ। ਸੋ ਆਪਾਂ ਲਿਖੋਗੇ ਹੀ ਸ਼ੁੱਡ ਨਾਟ ਬੀ ਲੇਟ ਅਦਰਵਾਈਜ਼ ਮੇ ਬੀ ਫਾਈਂਡ ਠੀਕ ਹੈ। ਸੈਕਿੰਡ ਓ ਯੂ ਆਰ ਗੋਇੰਗ ਤਾਂ ਇਹਨੂੰ ਵੀ ਚੇਂਜ ਕਰਾਂਗੇ ਇਟ ਇਜ਼ ਮੈਟਰ ਆਫ ਸਰਪ੍ਰਾਈਜ਼ ਡੈਟ ਯੂ ਆਰ ਗੋਇੰਗ ਠੀਕ। ਥਰਡ ਸ਼ੀ ਇਜ਼ ਸੋ ਓਲਡ ਡੈਟ ਸ਼ੀ ਕਾਂਟ ਟਾਕ ਰੀਰਾਈਟ ਯੂਜ਼ਿੰਗ ਟੂ ਲਗਾਉਣਾ ਹੈ ਤਾਂ ਸ਼ੀ ਇਜ਼ ਟੂ ਓਲਡ ਟੂ ਵੀ ਵਾਕ ਠੀਕ। ਥਰਡ ਆ ਜਾਣਾ ਚੇਂਜ ਦਾ ਗਿਵਨ ਸੈਂਟੈਂਸ ਇਨਟੂ ਵੋਇਸ ਠੀਕ ਆ। ਆਲਵੇਜ਼ ਸਪੀਕ ਦਾ ਟਰੁੱਥ ਸ਼ੁੱਡ ਵੀ ਆਲਵੇਜ਼ ਵੀ ਸਪੋਕਨ ਠੀਕ ਆ। ਆਈ ਟੌਟ ਦੈਮ ਇੰਗਲਿਸ਼ ਤਾਂ ਆ ਜਾਣਾ ਦੇ ਵਰ ਟੌਟ ਇੰਗਲਿਸ਼ ਬਾਏ ਮੀ ਠੀਕ। ਡਜ਼ ਸ਼ੀ ਨੋ ਯੂ ਆਰ ਯੂ ਨੋਨ ਬਾਏ ਹਰ ਇੱਦਾਂ ਆ ਜਾਣਾ ਠੀਕ ਆ। ਮੈਂ ਤੁਹਾਨੂੰ ਸਾਰੇ ਕਰਵਾਉਣਾ ਪਿਆ ਤੁਸੀਂ ਦੇਖ ਲਿਓ 2 ਕਰਨੇ ਤਾਂ 2 ਕਰ ਲਿਓ ਤਿੰਨਾਂ ਦੇ ਵਿੱਚੋਂ। ਚੇਂਜ ਦਾ ਸੈਂਟੈਂਸ ਇਨ ਨਰੇਸ਼ਨ ਰੋਹਤਸ ਸੈਡ ਆਈ ਪ੍ਰੈਫਰ ਡੈਥ ਟੂ ਡਿਸਓਨਰ ਕਿ ਮੈਂ ਮੌਤ ਜਿਹੜੀ ਆ ਬੇਈਮਾਨੀ ਨਾਲੋਂ ਮੌਤ ਪਸੰਦ ਕਰੂੰਗਾ। ਸੋ ਆਪਾਂ ਲਿਖਾਂਗੇ ਰੋਹਤ ਸੈਡ ਡੈਟ ਹੀ ਪ੍ਰੈਫਰਡ ਡੈਥ ਟੂ ਡਿਸਓਨਰ। ਸੈਕਿੰਡ ਜਾਂ ਵਾਲੀ ਆ ਜਿਹੜੀ ਇੱਕੋ ਹੀ ਕਰਨਾ ਨਾ ਤਾਂ
ਜਿਹੜੀ ਇਹਨਾਂ ਵਿੱਚ ਤੁਹਾਨੂੰ ਈਜ਼ੀ ਲੱਗੇ ਤੁਸੀਂ ਉਹ ਕਰ ਲਿਓ। ਹੀ ਸੈਡ ਟੂ ਮੀ ਆਈ ਡੂ ਨਾਟ ਬਲੀਵ ਯੂ, ਹੀ ਟੋਲਡ ਮੀ ਡੈਟ ਹੀ ਡਿਡ ਨਾਟ ਬਲੀਵ ਮੀ। ਠੀਕ, ਸੋ ਇਹਦੇ ਨਾਲ ਤੁਹਾਡਾ ਸੈਕਸ਼ਨ ਹੋਇਆ ਕੰਪਲੀਟ। ਹੁਣ ਸੈਕਸ਼ਨ ਸੀ ਆ ਲਿਟਰੇਚਰ ਬੁੱਕ ਦਾ। ਸੋ ਆਪਾਂ ਲਿਟਰੇਚਰ ਟੈਕਸਟ ਬੁੱਕ ਤੋਂ ਪਹਿਲਾਂ ਤੁਹਾਡੇ ਕੋਲ OTQs ਹੈ 10 ਨੰਬਰ 'ਤੇ, ਇਹਨਾਂ ਨੂੰ ਕਰਾਂਗੇ। ਹੂ ਵਾਜ਼ ਹਸਨ, ਸੋ ਹਸਨ ਵਾਜ਼ ਅ ਸਟੂਡੈਂਟ ਆਫ ਸੁਧਾ ਮੂਰਤੀਜ਼ ਫਸਟ ਬੈਚ। ਠੀਕ ਆ। ਸੈਕਿੰਡ, ਹੂ ਵਾਜ਼ ਥੋਮਸ, तो ਥੋਮਸ ਵਾਜ਼ ਅ ਮਿਲੇਨੀਅਰ। ਠੀਕ ਆ। ਥਰਡ ਆਪਣੇ ਕੋਲ ਆ ਜਾਣਾ ਹਿਲਨ ਡੈਸ਼ ਦਾ ਨਿਊ ਡੋਲ ਔਨ ਦਾ ਫਲੋਰ, ਟਰੂ। ਠੀਕ। ਫੋਰਥ, ਵਟ ਹਿਟ ਦਾ ਨਰੇਟਰ ਵਾਈਲ ਹੀ ਵਾਜ਼ ਕ੍ਰੋਸਿੰਗ ਦਾ ਸਟਰੀਟ। ਸੋ ਇਹਦਾ ਕੀ ਆਨਸਰ ਆ ਜਾਣਾ ਹੈ, ਅ ਕਾਰ, ਟਰੱਕ, ਅ ਬਾਈਕ, ਅ ਬੱਸ। ਸੋ ਅ ਕਾਰ ਇਜ਼ ਦਾ ਰਾਈਟ ਆਨਸਰ ਹੈ ਆਪਣੇ ਕੋਲ। ਦਾ ਵੈਦਰ ਇਜ਼ ਪੋਰਟ ਬਲੇਅਰ ਵਾਜ਼ ਵੈਰੀ ਡੈਸ਼, ਸੋ ਇਨਕਲੀਮੈਂਟ। ਠੀਕ ਹੈ। data was profusely tiring, perspiring, perfectly ਜਾਂ none। ਸੋ ਇਹਦਾ ਰਾਈਟ ਆਨਸਰ ਆਪਣੇ ਕੋਲ ਆ ਜਾਣਾ ਜੀ perspiring। ਠੀਕ ਆ। ਅਗਲਾ, the villager ਚੰਦੂ to have him sent to prison for his offense। ਸੋ ਇਹਦਾ ਆਨਸਰ ਆ ਜਾਣਾ threatened। ਠੀਕ ਆ, threatened। ਆਪਣੇ ਕੋਲ ਅਗਲਾ ਹੈਗਾ ਆ ਹਾਰਕਨ ਵਾਜ਼ ਅ ਪੁਲਿਸਮੈਨ। ਸੋ ਇਹ ਆ ਜਾਣਾ ਆਪਣੇ ਕੋਲ ਫੋਰਸ। ਠੀਕ ਆ। ਅਗਲਾ ਆਪਣੇ ਕੋਲ ਹੈਗਾ ਆ ਹੂ ਵਾਜ਼ ਦਾ ਰਾਈਟਰ ਆਫ ਦਾ ਲੈਸਨ ਦਾ ਸਕੂਲ ਫੋਰ ਸਿੰਪਥੀ। ਸੋ EV ਲੁਕਸ ਇਜ਼ ਦਾ ਰਾਈਟਰ ਹੈ ਆਪਣੇ ਕੋਲ। ਅਗਲਾ, ਵਟ ਵਾਜ਼ ਦਾ ਨੇਮ ਆਫ ਕਰਮ ਸਿੰਘਸ ਵਿਲੇਜ। ਸੋ ਉਹਦੇ ਜਿਹੜਾ ਪਿੰਡ ਸੀ ਉਹਦਾ ਨਾਂ ਕੀ ਸੀ, ਠੱਠੀ ਖਾਰਾ। ਠੀਕ। ਅਗਲਾ ਆਪਣੇ ਕੋਲ ਹੈਗਾ ਕਿਸੇ ਇੱਕ ਦਾ ਕੀ ਕਰਨਾ ਆ, ਲਾਈਨਾਂ ਨੂੰ ਪੜ੍ਹ ਕੇ ਆਨਸਰ ਕਰਨੇ ਆ। ਸੋ ਆ ਦੇਖੋ ਜਿਵੇਂ ਤੁਹਾਡੇ ਕੋਲ ਆ ਕੀ ਆ, ਇੱਕ ਪੈਰਾ ਹੀ ਆ ਸਟੈਂਜ਼ਾ ਜਿਹਨੂੰ ਅਸੀਂ ਕਹਿੰਦੇ ਆ। ਸੋ ਇਹਨੂੰ ਤੁਸੀਂ ਪੜ੍ਹੋਗੇ ਅਤੇ ਆਨਸਰ ਦਊਂਗੇ। ਸੋ ਆ ਜਿਹੜਾ ਪੈਰਾ ਆ ਇਹਦਾ ਪੋਇਮ ਕਿਹੜੀ ਆ, ਸੋ ਇਹ ਹੈਗੀ ਦਾ ਇਕੋਇੰਗ ਗ੍ਰੀਨ, ਅਤੇ ਦਾ ਪੋਇਟ ਇਹਦਾ ਹੈਗਾ ਵਿਲੀਅਮ ਬਲੇਕ। ਰਾਈਮ ਸਕੀਮ ਆਫ ਦਾ ਫਸਟ 4 ਲਾਈਨ ਇਜ਼ ਗਿਵਿੰਗ ਸਟੈਂਜਾ, ਰਾਈਮ ਸਕੀਮ ਇਜ਼ AABB। ਠੀਕ ਹੈ। ਸੋ ਫਿਰ ਫੋਰਥ ਕੁਐਸਚਨ ਆ, ਫਿਰ ਫਿਫਥ ਕੁਐਸਚਨ ਆ, ਇਹਨਾਂ ਨੂੰ ਤੁਸੀਂ ਰੀਡ ਕਰ ਲੈਣਾ ਹੈ। ਫਿਰ ਤੁਹਾਡੇ ਕੋਲ ਇਹਦੇ ਨਾਲ ਇਹ ਵੀ ਇੱਕ ਹੋਰ ਸਟੈਂਜਾ ਆ ਜਿਹੜੀ ਕਿ ਜਾਨ ਦੇ ਵਿੱਚ ਹੈ। ਤੁਹਾਨੂੰ ਦੋਨਾਂ ਦੇ ਵਿੱਚੋਂ ਮੈਂ ਤੁਹਾਨੂੰ ਦੋਨੋਂ ਕਰਾ ਦਊਂਗਾ। ਦੂਜਾ ਜਿਹੜਾ ਹੈ ਉਹ ਹੈਗੀ ਪੋਇਮ ਔਨ ਹਿਜ਼ ਬਲਾਈਂਡਨੈਸ, ਅਤੇ ਉਹਦਾ ਪੋਇਟ ਹੈਗਾ ਜੌਨ ਮਿਲਟਨ। ਤੁਹਾਨੂੰ ਦੋਨਾਂ ਦੇ ਵਿੱਚ ਜਿਹਦੇ ਕੁਐਸਚਨ ਅਤੇ ਜਿਹਦੇ ਪੋਇਟ ਦਾ ਨਾਮ ਯਾਦ ਹੋਇਆ ਤੁਸੀਂ ਦੋਨੋਂ ਕਰ ਲੈਣੇ ਨੇ ਆਪਣੇ ਕੋਲ। ਨਾਲ ਦੇ ਨਾਲ ਤੁਹਾਡੇ ਕੋਲ ਅੱਗੇ ਹੈਗਾ ਸੈਂਟਰਲ ਆਈਡੀਆ ਪੋਇਮਸ ਦੇ ਵਿੱਚੋਂ, ਜੋ ਕਿ 3 ਨੰਬਰ ਦਾ ਹੈ। ਤਾਂ ਆਪਾਂ ਫਸਟ ਕਰਾਂਗੇ ਦਾ ਰੋਡ ਨਾਟ ਟੇਕਨ। ਇਹਦਾ ਆ ਜਾਣਾ ਦਾ ਪੋਇਮ ਥਰੋਜ਼ ਲਾਈਟ ਔਨ ਦਾ ਡਿਲਮਾ ਆਫ ਚੋਇਸ ਇਨ ਵਨਸ ਲਾਈਫ, ਮੈਨ ਹੈਜ਼ ਟੂ ਮੇਕ ਚੋਇਸਿਸ ਐਟ ਐਵਰੀ ਟਰਮ, if he chooses the right path he is successful, unlikely wrong choice runs him, after thinking deeply the poet decided to choose the less traveled, ठीक है, path, and this choice has made all differences। ठीक है। ਸੋ ਦੂਜਾ ਆਪਣੇ ਕੋਲ ਹੈਗਾ ਪ੍ਰੇਅਰ ਆਫ ਦਾ ਵਰਡਸ। ਇਹ ਤੁਸੀਂ ਆਪ ਕਰ ਲਿਓ, ਮੈਂ ਤੁਹਾਨੂੰ ਇੱਥੇ ਲਿਖ ਕੇ ਦੇ ਦਿੱਤਾ ਹੈ। ਠੀਕ ਹੈ, ਕਿਉਂਕਿ ਦੋਨਾਂ 'ਚ ਕੋਈ ਕਰਨਾ ਆ। ਠੀਕ ਆ। ਫਿਰ ਤੁਹਾਡੇ ਕੋਲ ਆਪਣੇ ਕੋਲ ਕੁਐਸਚਨ ਕਰਨੇ ਆ ਐਨੀ 6 ਨੰਬਰ ਦੇ। ਵਾਈ ਵਾਜ਼ ਹਸਨ ਨੋਟ ਨੋਟਿਸਡ ਬਾਈ ਦਾ ਟੀਚਰ ਇਨ ਦਾ ਕਲਾਸ। ਸੋ ਆਨਸਰ ਆ ਹਸਨ ਵਾਜ਼ ਨੋਟ ਨੋਟਿਸਡ ਬਾਈ ਦਾ ਟੀਚਰ ਬਿਕੋਜ਼ ਹੀ ਹਾਰਡਲੀ ਅਟੈਂਡਡ ਦਾ ਕਲਾਸ। ਹਸਨ ਵੁਡ ਆਫਨ show up in class only during the test or exam। ठीक है। second है what was the millionaire trick in borrowing the loan, by taking the loan he got the best and the safest parking on his new Ferrari। third अपने कोल question हैगा आ what were the good quality of conductor, he was cheerful, helpful and had patience। fourth ਤੇ fifth ਨਹੀਂ ਫੋਰਥ ਆ ਜਿਹੜਾ ਇਹ ਵੀ ਤੁਸੀਂ ਆਪ ਕਰ ਲੈਣਾ। ਠੀਕ ਆ, ਛੋਟਾ ਜਿਹਾ ਹੀ ਆ। ਅਤੇ ਫੋਰਥ ਆਪਣੇ ਕੋਲ ਆ ਵੇਅਰ ਡਿਡ ਦਾ ਨਰੇਟਰ ਡਰਾਈਵ ਦਾ 2 boys ਵਟ ਮੇਡ ਦਾ ਨਰੇਟਰ ਫੋਲੋ ਦਾ ਬੋਏ। ਸੋ ਇਹ ਵੀ ਕੁਐਸਚਨ ਤੁਸੀਂ ਪੜ੍ਹ ਲੈਣਾ। ਫਿਰ ਹੈਗਾ ਆ ਆਨਸਰ ਦਾ ਫੋਲੋਇੰਗ ਕੁਐਸਚਨ 20 ਤੋਂ 30 ਸ਼ਬਦਾਂ ਦੇ ਵਿੱਚ ਆਨਸਰ ਦੇਣੇ ਆ ਇਹਨਾਂ ਕੁਐਸਚਨਾਂ ਦੇ। ਸੋ ਦੇਖੋ ਫਸਟ ਕਹਿੰਦਾ ਆ ਵਟ ਡਜ਼ ਦਾ ਆਥਰ ਟੈਲ ਅਸ ਅਬਾਊਟ ਦਾ ਮਿਸ ਬੀਮ। ਸੋ ਦਾ ਆਥਰ ਟੈਲ ਅਸ ਮਿਸ ਬੀਮ ਵਾਜ਼ ਅ ਮਿਡਲ ਏਜਡ authoritative, kindly and full of understanding lady। second ਆਪਣੇ ਕੋਲ ਕੀ ਆ why did Bhuli refuse to marry Bishambar। so she refused to marry Bishambar because he was very greedy। ठीक।
थर्ड क्वेश्चन है हु वर मान सिंह एंड करम सिंह। देखो दे वर फ्रेंड एंड वर इन द सेम regiment when he got a few days leave he went to करम सिंह हाउस। ठीक है 11वां क्वेश्चन पढ़ांगे कहता आंसर वन ऑफ द फॉलोइंग यानी कि ਵੱਡਾ क्वेश्चन है 60 ਤੋਂ 70 ਸ਼ਬਦਾਂ ਦੇ ਵਿੱਚ ਆਨਸਰ ਦੇਣਾ। ਵਟ ਇਜ਼ ਦ ਥੀਮ ਆਫ ਲੈਸਨ ਦ ਸਟੋਰੀ ਆਫ ਮਾਈ ਲਾਈਫ ਜਾਂ ਫਿਰ ਤੁਸੀਂ ਇੱਕ ਬਰੀਫ ਸਕੈਚ ਲਿਖਣਾ ਆ ਮਾਰਚ ਕਿੰਗ ਦਾ। ਸੋ ਦੋਨੇ ਤੁਹਾਡੇ ਸਾਹਮਣੇ ਆ ਇਹਨੂੰ ਤੁਸੀਂ ਕਰ ਲੈਣਾ ਹੈ। ਦੋਨੋਂ ਹੀ ਮੈਂ ਈਜ਼ੀ ਵਰਡਿੰਗ ਦੇ ਵਿੱਚ ਲਿਖ ਕੇ ਲਿਆਂਦੇ ਆ ਤਾਂ ਕਿ ਤੁਹਾਨੂੰ ਈਜ਼ੀ ਲੱਗੇ। ਅਤੇ ਜਸਟੀਫਾਈ ਦਾ ਸਟੋਰੀ ਇਹ ਸਟੋਰੀ ਵਿੱਚ ਤੁਹਾਡੇ ਕੋਲ ਚਮੇਲੀਅਨ ਦਾ ਉਹ ਆਇਆ ਆ ਜਿਹੜਾ ਸਟੋਰੀ ਦਾ ਹੁੰਦਾ ਹੈ ਜਾਂ ਫਿਰ ਇੱਥੇ ਵੀ ਇੱਕ ਕਰੈਕਟਰ ਸਕੈਚ ਆਇਆ ਚੰਦੂ ਦਾ। ਸੋ ਇਹਨਾਂ ਦੇ ਤੁਸੀਂ ਸਕਰੀਨਸ਼ਾਟ ਲੈਣੇ ਤਾਂ ਲੈ ਸਕਦੇ ਹੋ ਤਾਂ ਕਿ ਤੁਸੀਂ ਇੱਥੋਂ ਦੀ ਇਹਨਾਂ ਨੂੰ ਕਰ ਸਕੋ। ਤਾਂ ਇਹਦੇ ਨਾਲ ਜਦੋਂ ਤੁਸੀਂ ਆਹ ਕੁਐਸਚਨ ਕਰ ਲਏ ਤੁਹਾਡੇ ਕੋਲ ਪੇਪਰ ਹੁੰਦਾ ਹੈ ਕੰਪਲੀਟ। ਸੋ ਸਟੂਡੈਂਟਸ ਅਸੀਂ ਸਾਰਾ ਪੇਪਰ ਕਰ ਲਿਆ ਕੰਪਲੀਟ। ਕੋਈ ਵੀ ਚੀਜ਼ ਇੱਦਾਂ ਦੀ ਹੈ ਨਹੀਂ ਜੋ ਮੈਂ ਤੁਹਾਨੂੰ ਨਹੀਂ ਕਰਾਈ। ਸੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਉਣ ਵਾਲੇ ਪੇਪਰਾਂ ਦਾ ਇੱਦਾਂ ਹੀ ਸਾਰਾ ਸੋਲਿਊਸ਼ਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਰੱਖਣਾ ਜੀ।